नमस्कार, तुसी वेख रहे हो नमस्ते पंजाब न्यूज़। दिन भर ਦੀਆਂ ਖਬਰਾਂ ਦੇ ਨਾਲ ਮੈਂ ਹੰਗਿਕਾ ਸਕਸੈਨਾ। ਆਓ ਨਜ਼ਰ ਕਰਦੇ ਹਾਂ ਕੀ ਕੁਝ ਖਾਸ ਹੈ ਅੱਜ ਦੀਆਂ ਖਬਰਾਂ ਦੇ ਵਿੱਚ। ਗੱਲ ਕਰਦੇ ਹਾਂ ਫਿਰ ਤੋਂ ਬਦਲਦੇ ਮੌਸਮ। ਗਰਮੀਆਂ ਨੇ ਫਰਵਰੀ ਦੇ ਵਿੱਚ ਹੀ ਰਿਕਾਰਡ ਤੋੜਨਾ ਸ਼ੁਰੂ ਕਰ ਦਿੱਤਾ ਹੈ। ਕੱਲ ਦਿੱਲੀ ਪਿਛਲੇ 14 ਸਾਲਾਂ ਦੇ ਵਿੱਚ ਸਭ ਤੋਂ ਗਰਮ ਰਹੀ। ਮੌਸਮ ਵਿਭਾਗ ਦੇ ਹੁਣ ਤੱਕ ਜਾਣੇ ਜਾਂਦੇ ਇਤਿਹਾਸ ਦੇ ਵਿੱਚ ਸਾਲ 2006 ਦੇ ਵਿੱਚ 26 ਫਰਵਰੀ ਨੂੰ ਆਲ ਟਾਈਮ ਰਿਕਾਰਡ 34.1 ਡਿਗਰੀ ਸੈਲਸੀਅਸ ਰਿਹਾ। मौसम विभाग का कहना है कि इस हफ्ते तक ਵੱਧ ਤੋਂ ਵੱਧ तापमान 33 डिग्री सेल्सियस तक पहुंच सकता है, जो कि ऑल टाइम के रिकॉर्ड तो एक कदम पीछे होगा। केंद्र सरकार ने देश में 5G नेटवर्क की लॉन्चिंग बारे सही जानकारी दे दी है। दूरसंचार विभाग ने संसदीय स्थायी कमेटी ने दस्सिया है कि इस साल 5G लॉन्च किए जाएंगे। विभाग ने स्पष्ट कर दिया है कि 2021 के अंत तक लोगों को 5G नेटवर्क मिलना शुरू हो जाएगा। उधर सरकार ने देश में लैपटॉप, टैबलेट्स, ऑल इन वन पीसी ਅਤੇ ਸਰਵਰਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੇ ਲਈ 7,350 ਕਰੋੜ ਰੁਪਏ ਦੀ ਇੱਕ ਉਤਪਾਦਨ ਆਧਾਰਿਤ ਇਨਸੈਂਟਿਵ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਯੋਜਨਾ ਦੇ ਜ਼ਰੀਏ ਸਰਕਾਰ ਘਰੇਲੂ ਨਿਰਮਾਣ ਖੇਤਰ ਦੇ ਵਿੱਚ ਗਲੋਬਲ ਕੰਪਨੀਆਂ ਨੂੰ ਆਕਰਸ਼ਿਤ ਕਰਨ ਦਾ ਇਰਾਦਾ ਰੱਖਦੀ ਹੈ। PLI ਸਕੀਮ ਦੇਸ਼ ਦੇ ਵਿੱਚ ਇਲੈਕਟ੍ਰੋਨਿਕਸ ਇਕੋਸਿਸਟਮ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਸਹਾਇਤਾ ਕਰੇਗੀ। ਇਸ ਸਮੇਂ ਗਲੋਬਲ ਨਿਰਮਾਣ ਦੇ ਖੇਤਰ ਦੇ ਵਿੱਚ ਇੱਕ ਵੱਡੀ ਤਬਦੀਲੀ ਆ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਦੇ ਦੌਰਾਨ ਘਰ ਤੋਂ ਕੰਮ ਕਰਨ ਤੇ ਘਰ ਤੋਂ ਪੜ੍ਹਾਈ ਕਰਕੇ ਦੇਸ਼ ਦੇ ਵਿੱਚ PC ਬਾਜ਼ਾਰ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ। ਇਸ ਨਵੀਂ ਯੋਜਨਾ ਦੇ ਤਹਿਤ ਅਗਲੇ 4 ਸਾਲਾਂ ਦੇ ਵਿੱਚ ਇਹਨਾਂ ਉਤਪਾਦਾਂ ਦਾ ਨਿਰਮਾਣ 3.26 ਲੱਖ ਕਰੋੜ ਹੋਣ ਦਾ ਅਨੁਮਾਨ ਹੈ ਅਤੇ ਨਿਰਯਾਤ 2.45 ਲੱਖ ਕਰੋੜ ਰੁਪਏ ਹੋਵੇਗਾ ਅਤੇ ਇਸ ਨਾਲ ਰੋਜ਼ਗਾਰ ਦੇ ਮੌਕੇ 1.80 ਲੱਖ ਹੋ ਜਾਣਗੇ। ਗੱਲ ਕਰਦੇ ਹਾਂ ਪੰਜਾਬ ਦੇ ਬਹੁਤ ਚਰਚਿਤ ਗਾਇਕ ਕਲਾਕਾਰ ਸਰਦੂਲ ਸਿਕੰਦਰ ਦੀ, ਜੋ ਕਿ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਤੇ ਇਸ ਬਿਮਾਰੀ ਦੇ ਚੱਲਦਿਆਂ ਹੀ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਰਦੂਲ ਸਿਕੰਦਰ ਬੀਤੇ ਦਿਨੀ ਦਮ ਤੋੜ ਗਏ। ਦੱਸ ਦਈਏ ਕਿ 60 ਸਾਲਾਂ ਦੇ ਸਰਦੂਲ ਸਿਕੰਦਰ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਉਣ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਰਹਿਣ ਲੱਗੀ ਤੇ ਹੁਣ ਉਹ ਹਮੇਸ਼ਾ ਦੇ ਲਈ ਸਾਨੂੰ ਛੱਡ ਗਏ ਹਨ, ਜਿਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਵੀ ਸੋਗ ਦੀ ਲਹਿਰ ਹੈ। ਸਿਕੰਦਰ ਆਪਣੇ ਪਿੱਛੇ ਆਪਣੀ ਪਤਨੀ ਅਮਰ ਨੂਰੀ ਤੇ ਆਪਣੇ 2 ਪੁੱਤਰਾਂ ਆਲਾਪ ਤੇ ਸਾਰੰਗ ਨੂੰ ਛੱਡ ਗਏ ਹਨ। ਸਰਦੂਲ ਸਿਕੰਦਰ ਦੇ ਸਦੀਵੀ ਵਿਛੋੜੇ ਤੇ ਉਹਨਾਂ ਦੇ ਸਾਥੀ ਗਾਇਕ ਵੀ ਉਹਨਾਂ ਨੂੰ ਲਗਾਤਾਰ ਸ਼ਰਧਾਂਜਲੀਆਂ ਦੇ ਰਹੇ ਹਨ। ਦਰਅਸਲ ਇਸ ਬਹੁਤ ਚਰਚਿਤ ਗਾਇਕ ਕਲਾਕਾਰ ਸਰਦੂਲ ਸਿਕੰਦਰ ਦੀ ਮੌਤ ਦੇ ਨਾਲ ਪੰਜਾਬੀ ਸੰਗੀਤ ਜਗਤ ਨੂੰ ਇੱਕ ਵੱਡਾ ਝਟਕਾ ਲੱਗਾ, ਜਿਸ ਦੇ ਵੱਖ-ਵੱਖ ਕਲਾਕਾਰਾਂ ਨੇ ਆਪਣੇ ਬਿਆਨਾਂ ਦੇ ਜ਼ਰੀਏ ਇਸ ਉੱਤੇ ਗਾਇਕ ਕਲਾਕਾਰ ਦੇ ਵਿਛੋੜੇ ਤੇ ਅਫਸੋਸ ਪ੍ਰਗਟ ਕੀਤਾ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦਿੱਤੀ ਹੈ। ਉਹਨਾਂ ਟਵੀਟ ਕੀਤਾ ਕਿ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਹ ਹਾਲ ਹੀ ਵਿੱਚ ਕੋਰੋਨਾ ਸਕਾਰਾਤਮਕ ਸੀ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਉਹਨਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀ ਦਿਲੋਂ ਹਮਦਰਦੀ ਹੈ। ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ ਤਕਰੀਬਨ 3 ਮਹੀਨੇ ਹੋ ਚੱਲੇ ਹਨ। ਹੌਲੀ-ਹੌਲੀ ਮੌਸਮ ਦੇ ਵਿੱਚ ਵੀ ਬਦਲਾਅ ਨਜ਼ਰ ਆ ਰਿਹਾ ਹੈ। ਜੀ ਹਾਂ, ਠੰਡ ਤੋਂ ਬਾਅਦ ਗਰਮੀ ਦਾ ਮੌਸਮ ਆਉਂਦਾ ਜਾ ਰਿਹਾ ਹੈ। ਠੰਡ ਤੋਂ ਬਚਣ ਦੇ ਲਈ ਉਪਰਾਲੇ ਹੁੰਦੇ ਸੀ ਤੇ ਹੁਣ ਠੰਡ ਤੋਂ ਬਾਅਦ ਗਰਮੀ ਤੋਂ ਬਚਣ ਦੇ ਲਈ ਕਿਸਾਨਾਂ ਨੇ ਆਪਣੀ ਟਰਾਲੀਆਂ ਤੇ ਟੈਂਕਾਂ ਦੇ ਵਿੱਚ ਪੱਖੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਹੁਣ ਲੰਗਰਾਂ ਦੇ ਵਿੱਚ ਵੀ ਚਾਹ ਦੀ ਥਾਂ ਤੇ ਲੱਸੀ ਵਰਤਾਈ ਜਾ ਰਹੀ ਹੈ। ਪੰਡਾਲਾਂ ਨੂੰ ਹਵਾਦਾਰ ਬਣਾਉਣ ਦੇ ਲਈ ਉਹਨਾਂ ਨੂੰ ਦੋਵਾਂ ਪਾਸਿਓਂ ਖੋਲਿਆ ਜਾ ਰਿਹਾ ਹੈ। ਇਹਨਾਂ ਤਿਆਰੀਆਂ ਨੂੰ ਵੇਖਦਿਆਂ ਤਾਂ ਲੱਗਦਾ ਹੈ ਕਿ ਕਿਸਾਨ ਬਦਲਦੇ ਮੌਸਮ ਦੇ ਵਿੱਚ ਵੀ ਅੰਦੋਲਨ ਦੇ ਵਿੱਚ ਬਣੇ ਰਹਿਣ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ। 3 ਨਵੇਂ ਖੇਤੀ ਬਿੱਲਾਂ ਖਿਲਾਫ ਲੜਾਈ ਲੜ ਰਹੇ ਕਿਸਾਨ ਆਗੂ ਰਾਕੇਸ਼ ਟਕੈਤ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੇ ਤਾਂ ਇਸ ਵਾਰ ਗੱਲ ਸੰਸਦ ਦਾ ਘਿਰਾਓ ਕਰਨ ਦੀ ਹੋਵੇਗੀ ਤੇ ਇਸ ਵਾਰ ਟਰੈਕਟਰਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਯਾਨੀ 4 ਲੱਖ ਨਹੀਂ ਬਲਕਿ 40 ਲੱਖ ਹੋਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ, ਕਿਉਂਕਿ ਕਿਸੇ ਵੇਲੇ ਵੀ ਦਿੱਲੀ ਨੂੰ ਜਾਣ ਦੀ ਕਾਲ ਆ ਸਕਦੀ ਹੈ। ਰਾਕੇਸ਼ ਟਕੈਤ ਰਾਜਸਥਾਨ ਦੇ ਸੀਕਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਕੰਨ ਖੋਲ ਕੇ ਸੁਣ ਲੈ ਦਿੱਲੀਏ, ਇਹ ਕਿਸਾਨ ਵੀ ਉਹੀ ਹਨ ਤੇ ਟਰੈਕਟਰ ਵੀ ਉਹੀ ਹੋਣਗੇ, ਪਰ ਇਸ ਵਾਰ ਕਾਲ ਸੰਸਦ ਦੇ ਘਿਰਾਓ ਦੀ ਹੋਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਕਹਿ ਕੇ ਸੰਸਦ ਤੇ ਜਾਵਾਂਗੇ ਤੇ ਇਸ ਵਾਰ ਟਰੈਕਟਰਾਂ ਦੀ ਤਾਦਾਦ 4 ਲੱਖ ਨਹੀਂ ਬਲਕਿ 40 ਲੱਖ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਕਿਸਾਨ ਇੰਡੀਆ ਗੇਟ ਨੇੜਲੇ ਪਾਰਕਾਂ ਦੇ ਵਿੱਚ ਬਿਜਾਈ ਕਰਨਗੇ ਤੇ ਫਸਲਾਂ ਵੀ ਉਗਾਉਣਗੇ। ਨਾਲ ਹੀ ਇਹ ਵੀ ਕਿਹਾ ਕਿ ਸੰਸਦ ਨੂੰ ਘੇਰਨ ਦੇ ਲਈ ਤਰੀਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੈਅ ਕੀਤੀ ਜਾਵੇਗੀ। ਕਿਸਾਨ ਆਗੂ ਨੇ ਕਿਹਾ ਕਿ 26 ਜਨਵਰੀ ਦੇ ਮਾਮਲੇ ਦੇ ਵਿੱਚ ਦੇਸ਼ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ। ਦੇਸ਼ ਦੇ ਕਿਸਾਨ ਤਿਰੰਗੇ ਨੂੰ ਪਿਆਰ ਕਰਦੇ ਹਨ, ਪਰ ਇਸ ਦੇਸ਼ ਦੇ ਨੇਤਾ ਨਹੀਂ ਕਰਦੇ। ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਦੇ ਲਈ 26 ਜਨਵਰੀ ਨੂੰ ਕੀਤੀ ਗਈ ਕਿਸਾਨ ਟਰੈਕਟਰ ਰੈਲੀ ਦੇ ਵਿੱਚ ਹੋਈ ਗੜਬੜ ਅਤੇ ਹਿੰਸਾ ਤੋਂ ਬਾਅਦ ਸਿੰਘੂ ਸਰਹੱਦ ਨਾਲ ਲੱਗਦੀ ਮੁੱਖ ਸੜਕ ਨੂੰ ਦਿੱਲੀ ਪੁਲਿਸ ਨੇ ਬੰਦ ਕਰ ਦਿੱਤਾ ਸੀ। ਇਸ ਕਾਰਨ ਪਿੰਡ ਸਿੰਘੂ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਪਰ ਬੀਤੀ ਰਾਤ ਨੂੰ ਸਿੰਘੂ ਪਿੰਡ ਦੇ ਇਸ ਰਸਤੇ ਨੂੰ ਦਿੱਲੀ ਪੁਲਿਸ ਦੇ ਵੱਲੋਂ ਖੋਲ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿੰਘੂ ਪਿੰਡ ਤੋਂ ਆਉਣ ਵਾਲੇ ਲੋਕਾਂ ਦੇ ਲਈ ਅਜੇ ਵੀ ਰਸਤਾ ਪਿੱਛੋਂ ਫਿਰਨੀ ਪਿੰਡ ਵਾਲੇ ਪਾਸਿਓਂ ਖੋਲ੍ਹਿਆ ਗਿਆ ਹੈ। ਸਿੰਘੂ ਪਿੰਡ ਨੂੰ ਖੋਲ੍ਹਿਆ ਰਸਤਾ ਸਿਰਫ NH1 ਵੱਲ ਪਿੰਡ ਤੋਂ ਆਉਣ ਵਾਲੇ ਵਾਹਨਾਂ ਦੇ ਲਈ ਖੋਲ੍ਹਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਿੰਘੂ ਪਿੰਡ ਤੋਂ 2 ਪਹੀਆ ਵਾਹਨ ਜਾਂ ਕਾਰਾਂ ਆਦਿ ਨੈਸ਼ਨਲ ਹਾਈਵੇ 1 ਤੇ ਹੁਣ ਇਸ ਰਸਤੇ ਤੋਂ ਆ ਸਕਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਨਰੇਸ਼ ਟਕੈਤ ਨੇ ਕਿਹਾ ਹੈ ਕਿ ਜੇਕਰ ਸਰਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਆਜ਼ਾਦੀ ਦੇ ਦਿੰਦੀ ਹੈ ਤਾਂ ਇਹ ਸਨਮਾਨਯੋਗ ਫੈਸਲਾ ਹੋਵੇਗਾ। ਟਕੈਤ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪਿੰਜਰੇ ਦਾ ਤੋਤਾ ਬਣਾ ਰੱਖਿਆ ਹੈ। ਟਕੈਤ ਨੇ ਕਿਹਾ ਕਿ ਜੇਕਰ ਸਰਕਾਰ ਰਾਜਨਾਥ ਸਿੰਘ ਨੂੰ ਗੱਲਬਾਤ ਦੀ ਆਜ਼ਾਦੀ ਦੇ ਦੇਵੇ ਤਾਂ ਸਾਡੀ ਗਾਰੰਟੀ ਹੈ ਕਿ ਫੈਸਲਾ ਲਿਆ ਜਾਵੇਗਾ ਤੇ ਭਾਜਪਾ ਦੀ ਭਰੋਸੇਯੋਗਤਾ ਵੀ ਬਣੀ ਰਹੇਗੀ। उधर पश्चिमी बंगाल के मुख्यमंत्री ममता बनर्जी ने प्रधानमंत्री श्री नरेंद्र मोदी ते निशाना साधते हुए उन्होंने सब तो वड्डा दंगाकार कहा है। उन्होंने कहा कि उन्होंने किस्मत अमरीका के साबका राष्ट्रपति डोनाल्ड ट्रंप नालों भी माड़ी होगी। हुगली जिले के शाहगंज विखे एक रैली ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੇ ਦੇਸ਼ ਦੇ ਵਿੱਚ ਝੂਠ ਅਤੇ ਨਫ਼ਰਤ ਫੈਲਾ ਰਹੇ ਹਨ। ਟੀਕਾਕਰਨ ਮੁਹਿੰਮ ਦਾ ਅਗਲਾ ਪੜਾਅ 1 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਵੱਧਦਾ ਜਾ ਰਿਹਾ ਹੈ। ਇਸ ਪੜਾਅ ਦੇ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਟੀਕਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਦੀ ਉਮਰ 45 ਸਾਲ ਤੋਂ ਵੱਧ ਹੈ ਉਹ ਵੀ ਕੋਰੋਨਾ ਟੀਕਾ ਲਗਵਾ ਸਕਣਗੇ। ਇਸ ਦੇ ਲਈ ਸਰਕਾਰੀ ਅਤੇ ਨਿੱਜੀ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਜਾਣਗੇ। ਲੋਕਾਂ ਨੂੰ ਨਿੱਜੀ ਕੇਂਦਰਾਂ ਤੇ ਪੈਸਾ ਖਰਚ ਕਰਨਾ ਪਵੇਗਾ ਜਦਕਿ ਇਹ ਟੀਕਾ ਸਰਕਾਰੀ ਕੇਂਦਰਾਂ ਤੇ ਮੁਫਤ ਮੁਹੱਈਆ ਹੋਵੇਗਾ। ਗੱਲ ਕਰਦੇ ਹਾਂ ਪੰਜਾਬ 'ਚ ਵੱਧ ਰਹੇ ਕੋਰੋਨਾ ਮਾਮਲੇ। ਪੰਜਾਬ ਵਿੱਚ ਵੱਧ ਰਹੇ ਕੋਰੋਨਾ ਮਸਲਿਆਂ ਨੇ ਹਿਮਾਚਲ ਪ੍ਰਦੇਸ਼ ਦੀਆਂ ਚਿੰਤਾਵਾਂ ਨੂੰ ਵਧਾ ਕੇ ਰੱਖ ਦਿੱਤਾ ਹੈ। ਪੜੋਸੀ ਰਾਜ ਦੇ ਵਿੱਚ ਵੱਧ ਰਹੇ ਕੇਸਾਂ ਨੂੰ ਵੇਖ ਕੇ ਹਿਮਾਚਲ ਪ੍ਰਦੇਸ਼ ਵੀ ਅਲਰਟ ਹੁੰਦਾ ਜਾ ਰਿਹਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਸੈਲਾਨੀ ਪੰਜਾਬ ਰਾਜ ਤੋਂ ਹੀ ਆਉਂਦੇ ਹਨ। ਅਜਿਹੀ ਸਥਿਤੀ ਦੇ ਵਿੱਚ ਸੈਲਾਨੀਆਂ ਦੇ ਨਾਲ ਇੱਥੇ ਕੋਵਿਡ ਪਹੁੰਚਣ ਦਾ ਡਰ ਜ਼ਿਆਦਾ ਹੈ। ਜੇ ਗ੍ਰਾਫ ਫਿਰ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵਾਧਾ ਹੈ ਤਾਂ ਇਹ ਸਭ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਪਹਿਲਾਂ ਹੀ ਅਜਿਹੀ ਸਥਿਤੀ ਦੇ ਵਿੱਚੋਂ ਲੰਘ ਚੁੱਕਾ ਹੈ ਜਦੋਂ ਕੋਵਿਡ ਇੱਥੇ ਪੂਰੀ ਤਰ੍ਹਾਂ ਵੱਧ ਗਿਆ ਸੀ। ਜਾਣਕਾਰੀ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਲਾਗ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ ਜਿਸ ਕਾਰਨ ਇੱਥੇ ਮਰੀਜ਼ਾਂ ਦਾ ਗ੍ਰਾਫ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅਮਰੀਕਾ ਵਿੱਚ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 5 ਲੱਖ ਨੂੰ ਪਾਰ ਕਰ ਗਈ ਹੈ ਤੇ ਇਹ ਗਿਣਤੀ ਦੂਜੇ ਵਿਸ਼ਵ ਯੁੱਧ, ਵੀਅਤਨਾਮ ਯੁੱਧ ਅਤੇ ਕੋਰੀਆ ਦੀ ਲੜਾਈ ਦੌਰਾਨ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ ਦੇ ਬਰਾਬਰ ਹੈ। ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦੂਜੇ ਵਿਸ਼ਵ ਯੁੱਧ ਦੇ ਵਿੱਚ 4,50,000, ਵੀਅਤਨਾਮ ਦੀ ਜੰਗ ਦੇ ਵਿੱਚ 58,000 ਅਤੇ ਕੋਰੀਆ ਦੀ ਲੜਾਈ ਦੇ ਵਿੱਚ 36,000 ਲੋਕ ਮਾਰੇ ਗਏ ਸਨ। ਕੋਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 5 ਲੱਖ ਨੂੰ ਪਾਰ ਕਰ ਜਾਣ ਤੇ ਵਾਈਟ ਹਾਊਸ ਵਿਖੇ ਹੋਏ ਇਸ ਸਮਾਰੋਹ ਦੇ ਵਿੱਚ ਮੌਨ ਰੱਖ ਕੇ ਅਤੇ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਅਗਲੇ 5 ਦਿਨਾਂ ਤੱਕ ਸੰਘੀ ਇਮਾਰਤਾਂ ਦੇ ਵਿੱਚ ਅਮਰੀਕੀ ਝੰਡੇ ਚੁੱਕਣ ਦੇ ਆਦੇਸ਼ ਦਿੱਤੇ ਗਏ ਹਨ। ਸ਼ੌਕ ਜਤਾਉਂਦੇ ਹੋਏ ਬਾਈਡਨ ਨੇ ਕਿਹਾ ਕਿ ਅਸੀਂ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਅਜਿਹੇ ਜ਼ਾਲਮ ਭਵਿੱਖ ਨੂੰ ਸਵੀਕਾਰ ਨਹੀਂ ਕਰ ਸਕਦੇ। ਅਸੀਂ ਲੰਬੇ ਸਮੇਂ ਤੋਂ ਇਸ ਬਿਮਾਰੀ ਦੇ ਨਾਲ ਜੂਝ ਰਹੇ ਹਾਂ। ਸਾਡੇ ਕੋਲ ਇਸ ਦੁੱਖ ਨੂੰ ਸਹਿਣ ਦੀ ਤਾਕਤ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਅਸੀਂ ਅੱਜ ਇੱਕ ਬਹੁਤ ਹੀ ਤਰਾਸਦੀਪੂਰਨ ਅਤੇ ਦੁਖਦਾਈ ਅੰਕੜਿਆਂ ਤੇ ਪਹੁੰਚ ਚੁੱਕੇ ਹਾਂ। ਦੇਸ਼ ਦੇ ਵਿੱਚ ਬੀਤੀ ਰਾਤ ਤੱਕ ਦੱਸ ਦਈਏ ਕਿ 5,71,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਸਾਲਾਂ ਦੀ ਗੱਲ ਕਰੀਏ ਤਾਂ ਕੁਮਾਰ ਵਿਸ਼ਵਾਸ ਜਿਹੜੇ ਕਿ ਆਪਣੇ ਕਵਿਤਾ ਗਾਇਨ ਦੇ ਲਈ ਬੇहद ਪ੍ਰਸਿੱਧ ਸੀ, ਸਾਹਿਤਕ ਮੰਚਾਂ ਤੋਂ ਕਵਿਤਾ ਗਾਇਨ ਕਰਿਆ ਕਰਦੇ ਸੀ। ਦਰਅਸਲ ਇਥੋਂ ਹੀ ਉਹਨਾਂ ਨੇ ਪ੍ਰਸਿੱਧੀ ਪ੍ਰਾਪਤ ਕਰਨੀ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਅੰਨਾ ਅੰਦੋਲਨ ਦੇ ਦੌਰਾਨ ਇੱਕ ਮਸ਼ਹੂਰ ਚਿਹਰਾ ਵੀ ਬਣੇ ਤੇ ਉਹ ਰਾਜਨੀਤੀ ਦੇ ਵਿੱਚ ਦਾਖਲ ਵੀ ਹੋ ਗਏ ਤੇ ਫਿਰ ਆਪਣੇ ਵਿਵਾਹ ਬਿਆਨਾਂ ਦੇ ਕਾਰਨ ਉਹ ਰਾਜਨੀਤੀ ਦੇ ਵਿੱਚ ਵੀ ਚਰਚਿਤ ਰਹੇ ਤੇ ਹੁਣ ਫਿਲਮੀ ਦੁਨੀਆ ਦੇ ਵਿੱਚ ਵੀ ਆਪਣੀ ਕਿਸਮਤ ਨੂੰ ਆਜ਼ਮਾਉਣ ਜਾ ਰਹੇ ਹਨ। ਕੁਮਾਰ ਮਹਾਭਾਰਤ ਦੇ ਪਾਤਰ ਕਰਨ ਤੇ ਬਣੀ ਇੱਕ ਫਿਲਮ ਦਾ ਹਿੱਸਾ ਬਣ ਗਏ ਹਨ। ਫਿਲਮ ਦਾ ਨਾਮ ਹੈ ਸੂਰਯ ਪੁੱਤਰ ਮਹਾਵੀਰ ਕਰਨ। ਇਸ ਫਿਲਮ ਦੇ ਜ਼ਰੀਏ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਬਾਲੀਵੁੱਡ ਦੇ ਵਿੱਚ ਡੈਬਿਊ ਵੀ ਕਰਨ ਜਾ ਰਹੇ ਹਨ। ਦਰਅਸਲ ਕੁਮਾਰ ਵਿਸ਼ਵਾਸ ਫਿਲਮ ਦੇ ਡਾਇਲੋਗ ਤੇ ਗੀਤ ਅਤੇ ਸਕਰੀਨ ਪਲੇ ਲਿਖ ਰਹੇ ਹਨ। ਫਿਲਮ ਨੂੰ ਸ਼ਾਨਦਾਰ ਪੱਧਰ ਤੇ ਬਣਾਇਆ ਜਾਣਾ ਤੈਅ ਹੈ। ਇਸ ਤਰ੍ਹਾਂ ਉਹ ਪਹਿਲੀ ਵਾਰ ਕਿਸੇ ਫਿਲਮ ਦੇ ਨਾਲ ਜੁੜੇ ਹਨ ਪਰ ਦਰਸ਼ਕਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਦੇ ਨਾਲ ਕੁਮਾਰ ਸਟੇਜ ਤੇ ਸ਼ਾਨਦਾਰ ਕਵਿਤਾਵਾਂ ਸੁਣਾਉਂਦੇ ਰਹੇ ਹਨ ਤੇ ਬੇहद ਪ੍ਰਸਿੱਧ ਰਹੇ ਹਨ ਉਸੇ ਤਰ੍ਹਾਂ ਹੀ ਕਮਾਲ ਹੁਣ ਫਿਲਮਾਂ ਦੇ ਵਿੱਚ ਵੀ ਜ਼ਰੂਰ ਛਾਉਣਗੇ। ਫਿਲਮਾਂ ਦੇ ਵਿੱਚ ਵੀ ਜ਼ਰੂਰ ਕਮਾਲ ਵਿਖਾਉਣਗੇ। ਵਿਸ਼ਵ ਵਿੱਚ ਹੁਣ ਤੱਕ ਦੇ ਸਰਵੋਤਮ ਗੋਲਫਰੰਟ ਵਿੱਚ ਗਿਣੇ ਜਾਂਦੇ ਟਾਈਗਰ ਵੁੱਡਸ ਅਮਰੀਕਾ ਦੇ ਲਾਸ ਏਂਜਲਸ ਵਿੱਚ ਹੋਏ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਵੁੱਡਸ ਨੂੰ ਕਈ ਥਾਵਾਂ ਤੇ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਤੁਰੰਤ ਬਾਅਦ ਉਹਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ।
ਵੁਡਸ ਦੇ ਏਜੰਟ ਨੇ ਕਿਹਾ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਫ੍ਰੈਕਚਰ ਹੋਇਆ ਹੈ। ਦੁਰਘਟਨਾ ਤੋਂ ਬਾਅਦ ਵੁਡਸ ਨੂੰ ਉਹਨਾਂ ਦੀ ਕਾਰ ਤੋਂ ਬਾਹਰ ਕੱਢਣ ਦੇ ਲਈ ਬਹੁਤ ਸਖਤ ਮਿਹਨਤ ਕਰਨੀ ਪਈ। ਹਾਦਸੇ ਦੇ ਸਮੇਂ 45 ਵਰ੍ਹਿਆਂ ਦੇ ਟਾਈਗਰ ਵੁਡਸ ਕਾਰ ਦੇ ਵਿੱਚ ਇਕੱਲੇ ਸੀ। ਦੱਸਿਆ ਜਾ ਰਿਹਾ ਹੈ ਕਿ ਵੁਡਸ ਤੇਜ਼ ਰਫ਼ਤਾਰ ਦੇ ਨਾਲ ਕਾਰ ਚਲਾ ਰਹੇ ਸਨ, ਜਿਸ ਦੌਰਾਨ ਕਾਰ ਬੇਕਾਬੂ ਹੋ ਗਈ ਤੇ ਡਿਵਾਈਡਰ ਦੇ ਨਾਲ ਜਾ ਟਕਰਾਈ ਤੇ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਮਹੱਤਵਪੂਰਨ ਗੱਲ ਇਹ ਹੈ ਕਿ ਟਾਈਗਰ ਵੁਡਸ ਨੂੰ ਹੁਣ ਤੱਕ ਦੇ ਵਿਸ਼ਵ ਦੇ ਸਰਵੋਤਮ ਗੋਲਫਰਾਂ ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਨੇ 15 ਵੱਡੀਆਂ ਗੋਲਫ ਚੈਂਪੀਅਨਸ਼ਿਪ ਵੀ ਜਿੱਤੀਆਂ ਹੋਈਆਂ ਹਨ। ਉਧਰ ਲੋਕ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟ ਸਟਾਰ ਗੌਤਮ ਗੰਭੀਰ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੁੜ ਸ਼ੁਰੂ ਕਰਨ ਦੇ ਵਿਚਾਰ ਦਾ ਸਖਤ ਵਿਰੋਧ ਕੀਤਾ ਹੈ। ਗੰਭੀਰ ਦਾ ਕਹਿਣਾ ਹੈ ਕਿ ਜਦੋਂ ਤੱਕ ਇਸਲਾਮਾਬਾਦ ਜੰਮੂ ਕਸ਼ਮੀਰ ਦੇ ਵਿੱਚ ਸਰਹੱਦ ਪਾਰ ਅੱਤਵਾਦ ਨੂੰ ਬੰਦ ਨਹੀਂ ਕਰ ਦਿੰਦਾ, ਭਾਰਤ ਨੂੰ ਪਾਕਿਸਤਾਨ ਦੇ ਨਾਲ ਕ੍ਰਿਕਟ ਨਹੀਂ ਖੇਡਣਾ ਚਾਹੀਦਾ। ਗੰਭੀਰ ਨੇ ਇਹ ਗੱਲ ਆਪਣੇ ਘਰ ਦਿੱਲੀ ਵਿਖੇ ਇੱਕ ਵਿਸ਼ੇਸ਼ ਇੰਟਰਵਿਊ ਦੇ ਦੌਰਾਨ ਕਹੀ। 2007 ਦੇ ਭਾਰਤ ਪਾਕਿਸਤਾਨ T20 ਵਰਲਡ ਕੱਪ ਦੇ ਫਾਈਨਲ ਅਤੇ 2011 ਦੇ ਭਾਰਤ ਸ਼੍ਰੀਲੰਕਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਦੇ ਸਟਾਰ ਗੌਤਮ ਗੰਭੀਰ ਨੇ ਕਿਹਾ ਹੈ ਕਿ ਆਖਰਕਾਰ ਕ੍ਰਿਕਟ ਕੋਈ ਮਾਇਨੇ ਨਹੀਂ ਰੱਖਦਾ, ਪਰ ਸਾਡੇ ਸੈਨਿਕ ਸਾਡੇ ਲਈ ਮਾਇਨੇ ਰੱਖਦੇ ਹਨ। ਭਾਰਤੀ ਕ੍ਰਿਕਟ ਟੀਮ ਦੇ ਕ੍ਰਿਕਟਰ ਮਨੋਜ ਤਿਵਾੜੀ ਨੇ ਰਾਜਨੀਤਿਕ ਬਾਰੇ ਦੀ ਸ਼ੁਰੂਆਤ ਕਰ ਲਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿੱਚ ਕ੍ਰਿਕਟਰ ਤਿਵਾੜੀ ਆਖਰਕਾਰ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ। ਤੁਸੀਂ ਸੁਣ ਰਹੇ ਸੀ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੀ ਪਸੰਦ ਦੇ ਨਾਲ। ਨਵੀਆਂ ਸੱਚੀਆਂ ਤੇ ਨਿਰਪੱਖ ਖਬਰਾਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੇਠਾਂ ਦਿੱਤੇ ਗਏ ਘੰਟੀ ਦੇ ਬਟਨ ਨੂੰ ਵੀ ਜ਼ਰੂਰ ਦਬਾਓ ਤਾਂ ਜੋ ਹਰ ਦਿਨ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਹੁਣ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।